परम सत्कारयोग सतगुरां दी सजी और नवाजी हुई साध संगत जीओ, आप माई भाई धनता दे जोग हों जिन्हां नूं काफ़ी समय तो चबरा तख्तां दे मालक गुरता गदी ते विराजमान प्रतख सतगुरु सारे संसार दे संझे रहबर धन धन साहिब श्री गुरु ग्रंथ साहिब महाराज जी दे चरणां दे विच बैठ करके आपां रब्बी गुरबाणी दियां विचारां करिए। रहिंदा समा और समय और सवासां नूं सफले बनाउण दा यतन करिए। आओ कल विचार छड्डी सी भाई रूपे दी संतान परम सिंह ते धर्म सिंह। भाई रूपे दी संतान भाई परम सिंह ते भाई धर्म सिंह जो छेवें पातशाही दे सिख सन। जद सतगुरु जी का दीने निवास सुनिया तो वह बड़े प्रेम नाल अपने पिंड भाई रूपे आप जी दे दर्शन करने वास्ते आए। तो गुरमुख प्यारिओ, सिख दे मन दे विच बड़ी सरधा हुंदी आ, प्रेम भावना। फिर गुरमुख प्यारिओ सतगुरु दे दर्शन करने वास्ते चल के आउंदा। जे मन दे विच प्रेम नहीं ना है तो माफ कर दिओ, वो सतगुरु जी दे दर्शन करने वास्ते नहीं आ सकदा। भावें नेड़े ही बैठा होवे, भावें गुरु दे नेड़े बैठा होवे, पर वो आ नहीं सकदा। उन्होंने नेड़े ही दूर लगी जाएगा, पता नहीं किन्नी क दूर बैठे हैं। जिहदे मन दे विच सरदा है, भावना है, प्यार है, सत्कार है, और गुरमुख प्यारिओ वो दूर बैठा होवे, वो दूरों भी चल के आ जाता है। वो दुख सुख की परवाह नहीं करता। उसने गुरु के चरणों में आना है, उन्होंने दूर बैठे भी नेड़े लगता है। गल है सतगुरु जी दे नाल प्रेम दी। ये भाई परम सिंह ते धर्म सिंह भाई रूपे दी संतान ने हुण गुरु जी दे दर्शन करने वास्ते कुछ सिख संगतां नाल लैके जोटियां नाल शब्द पढ़ते हुए आए। एक सुंदर घोड़ा, सुंदर चिट्टी पोशाक अते कुछ धन इन्हां ने बड़े प्रेम नाल गुरु जी की भेटा कीता। अते साहिबजादियां अते माता जी की शहीदी का अफसोस करके धां मार मार के रोन लग पे। माता गुजर कौर जी की शहीदी, छोटे साहिबजादे बड़े साहिबजादियां दी शहीदी का अफसोस करके भाई परम सिंह ते भाई धर्म सिंह गुरु जी दे कोल आके धाहां मार के रोन लग पे। सतगुरु जी ने
ਉਹਨਾਂ ਨੂੰ ਧੀਰਜ ਦਿੱਤੀ। ਮਹਾਰਾਜ ਜੀ ਕਹਿੰਦੇ ਕੋਈ ਨਾ ਭਾਈ, ਰੋਵੋ ਨਾ, ਇਹ ਅਕਾਲ ਪੁਰਖ ਦਾ ਭਾਣਾ ਹੈ। ਇਹ ਦਾਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤੀਆਂ ਨੇ ਤੇ ਉਹਦੀਆਂ ਦਾਤਾਂ ਨੇ ਤੇ ਉਹ ਲੈ ਗਿਆ, ਰੋਵੋ ਨਾ। ਤਾਂ ਗੁਰਮੁਖ ਪਿਆਰਿਓ, ਧੀਰਜ ਦਿੱਤੀ ਤੇ ਆਖਿਆ ਕਿ ਜਗਤ ਦੇ ਪਦਾਰਥਾਂ ਦੀ ਇਹੀ ਰੀਤ ਹੈ, ਜੋ ਉਪਜਦਾ ਹੈ ਉਹ ਅੱਗੇ ਪਿੱਛੇ ਕਰਕੇ ਬਿਨਸ ਜਾਂਦਾ। ਜੋ ਸੰਸਾਰ ਦੇ ਉੱਤੇ ਦਿਖ ਰਿਹਾ ਹੈ ਇਹ ਸਭ ਕੁਝ ਨਾਸਵੰਤ ਹੈ। ਜੋ ਸਾਨੂੰ ਕੁਝ ਦਿਖ ਰਿਹਾ, ਮਹਿਲ ਮਾੜੀਆਂ, ਕੋਠੀਆਂ, ਘਰ, ਬੰਦੇ, ਇਸਤਰੀ, ਪੁਰਸ਼, ਇੱਕ ਦਿਨ ਖਤਮ ਹੋਣ ਵਾਲਾ ਹੈ। ਇੱਕ ਦਿਨ ਖਤਮ ਹੁੰਦਾ ਜਾਂਦਾ ਹੈ। ਜੋ ਦਿਖ ਰਿਹਾ ਹੈ, ਜੋ ਉਪਜਿਆ ਹੈ, ਮਹਾਰਾਜ ਜੀ ਕਹਿੰਦੇ ਉਹਨੇ ਬਿਨਸਣਾ ਹੈ। ਕੋਈ ਨਹੀਂ ਰਹਿੰਦਾ, ਇੱਕ ਆਤਮਾ ਹੀ ਸਤ ਵਸਤੂ ਹੈ। ਜਿਹੜੀ ਸਾਡੀ ਆਤਮਾ ਨਾ ਸਾਡੇ ਸਰੀਰਾਂ 'ਚ, ਇਹ ਆਤਮਾ ਨਹੀਂ ਮਰਦੀ, ਬੰਦਾ ਮਰ ਜਾਂਦਾ। ਆਤਮਾ ਦੇ ਨਾਲ ਹੀ ਹਿਸਾਬ ਕਿਤਾਬ ਹੁੰਦਾ, ਹੁਣ ਸਰੀਰ ਨਾਲ ਥੋੜ੍ਹੂ ਹੋਣਾ। ਸਰੀਰ ਤਾਂ ਜਿਹੜਾ ਸਾਡਾ ਉਹ ਇੱਥੇ ਚੁੱਕ ਕੇ ਸੰਸਕਾਰ ਕਰ ਦੇਣਾ, ਲੈ ਕੇ ਜਾਣਾ ਕਿਹਨੂੰ? ਆਤਮਾ ਨੂੰ। ਉਹ ਆਤਮਾ ਨੂੰ ਲੈ ਕੇ ਜਾਂਦੇ ਨੇ, ਧਰਮਰਾਜ ਦੇ ਪੇਸ਼ ਕਰਦੇ ਨੇ। ਉੱਥੇ ਹੁੰਦਾ ਫਿਰ ਹਿਸਾਬ ਕਿਤਾਬ, ਚੰਗਿਆਈਆਂ ਬੁਰਾਈਆਂ ਵਿੱਚ ਧਰਮ ਹਦੂਰ। ਆ ਜਾ ਫਿਰ ਪੁੱਛਦੇ ਨੇ, ਕਿਆ ਤੈ ਖੱਟਿਆ ਕਹਾਂ ਗਵਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਫਿਰ ਪੁੱਛਦੇ ਨੇ ਵੀ ਆ ਹੁਣ ਤੂੰ ਸੰਸਾਰ ਦੇ ਉੱਤੇ ਤੈਨੂੰ ਭੇਜਿਆ ਸੀ ਤੇ ਤੂੰ ਕੀ ਖੱਟ ਕੇ ਲੈ ਕੇ ਆਈਆਂ? ਆਤਮਾ ਨੂੰ ਪੁੱਛਿਆ ਜਾਏਗਾ। ਜੇ ਤਾਂ ਕੀਤੀ ਹੋਏਗੀ ਸਤ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਨਾਮ ਦੀ, ਗੁਰੂ ਦੀ ਸੰਗਤ, ਫਿਰ ਤਾਂ ਖੇੜਾ ਸੁੱਟ ਜਾਏਗਾ। ਨਹੀਂ ਮਾਫ ਕਰ ਦਿਓ, ਫਿਰ ਕਬੀਰ ਜਮ ਕਾ ਠਹਿੰਗਾ ਬੁਰਾ ਹੈ ਉਹ ਨਾ ਸਹਿ ਜਾਏ। ਆਤਮਾ ਨੂੰ ਹੀ ਦੁੱਖ ਦੇਣੇ ਮਿਲਨੇ ਨੇ। ਆਪਾਂ ਕਹਿੰਦੇ ਨਹੀਂ, ਜੇ ਬੰਦਾ ਇੱਥੇ ਦੁਖੀ ਹੁੰਦਾ, ਯਾਰ ਮੈਨੂੰ ਛੇੜਨਾ, ਮੇਰੀ ਆਤਮਾ ਬੜੀ ਦੁਖੀ ਆ। ਆਤਮਾ ਇੱਥੇ ਵੀ ਦੁਖੀ ਹੁੰਦੀ ਆ। ਆਤਮਾ ਨੇ ਫਿਰ ਉੱਥੇ ਵੀ ਦੁਖੀ ਹੋਣਾ। ਇਸ ਕਰਕੇ ਆਤਮਾ ਕਦੇ ਨਹੀਂ ਮਰਦੀ। ਅੱਜ ਇਹ ਆਤਮਾ ਸਾਡੇ ਸਰੀਰ ਦੇ ਵਿੱਚ ਆ, ਇਹੀ ਆਤਮਾ ਪਰਮੇਸ਼ਰ ਨੇ ਕਿਸੇ ਹੋਰ ਸਰੀਰ ਦੇ ਵਿੱਚ ਫਿੱਟ ਕਰ ਦੇਣੀ ਆ। ਨਾ ਆਤਮਾ ਮਰਦੀ ਆ ਤੇ ਨਾ ਪਰਮਾਤਮਾ ਮਰਦੀ ਆ। ਇਹ ਸਦਾ ਹੀ ਅਵਿਨਾਸੀ ਨੇ, ਸਦਾ ਹੀ ਰਹਿਣ ਵਾਲੇ ਨੇ। ਤਾਂ ਵਿਚਾਰ ਚੱਲ ਰਹੀ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਜੀ ਕਹਿੰਦੇ, ਭਾਈ ਜਿਵੇਂ ਧਰਤੀ ਉੱਤੇ ਲਕੀਰ ਕੱਢ ਕੇ ਮੇਟ ਕੇ ਕੋਈ ਨਫਾ ਨੁਕਸਾਨ ਨਹੀਂ ਜਾਣੀਦਾ, ਤਿਵੇਂ ਹੀ ਇੰਨੇ ਝੂਠੇ ਪਦਾਰਥਾਂ ਦੇ ਆਉਣ ਤੇ ਜਾਣ ਕਰਕੇ ਕਦੀ ਹਰਖ ਸੋਗ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਤੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਨੇ ਧੀਰਜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨੀਲੇ ਕਾਲੇ ਵਸਤਰ ਉਤਾਰ ਕੇ ਆ ਚਿੱਟੇ ਰੰਗ ਦੇ ਵਸਤਰ ਪਹਿਨ ਲਓ। ਇਹ ਜਦੋਂ ਨੀਲੇ ਵਸਤਰ ਉਦੋਂ ਪਹਿਨੇ ਸੀ ਸਤਿਗੁਰੂ ਨੇ, ਜਦੋਂ ਊਚ ਦਾ ਪੀਰ ਬਣਾ ਕੇ ਲੈ ਕੇ ਆਏ ਸੀ। ਮਹਾਰਾਜ ਜੀ ਆ ਨੀਲੇ ਵਸਤਰ ਉਤਾਰ ਦਿਓ, ਹੁਣ ਅਸੀਂ ਤੁਹਾਡੇ ਵਾਸਤੇ ਪੋਸ਼ਾਕਾਂ ਤਿਆਰ ਕਰਵਾ ਕੇ ਲੈ ਕੇ ਆਏ ਹਾਂ, ਆਪ ਪਹਿਨ ਲਵੋ। ਜਦੋਂ ਸਤਿਗੁਰੂ ਜੀ ਨੇ ਨੀਲੇ ਵਸਤਰ ਉਤਾਰ ਕੇ ਚਿੱਟੇ ਪਹਿਨ ਲਏ
ਤਾਂ ਆਪ ਜੀ ਦਾ ਸੁੰਦਰ ਦਰਸ਼ਨ ਕਰਕੇ ਸਾਰੇ ਇਸਤਰੀ ਪੁਰਸ਼ ਬੜੇ ਖੁਸ਼ ਹੋਏ। ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਦੀ ਸਿੱਖੀ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਦਾ ਸਿੱਖੀ ਸੰਬੰਧ, ਭਾਈ ਰੂਪਾ ਭਾਈ ਸਾਧੂ ਦਾ ਪੁੱਤਰ ਸੀ। ਇਹਨਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸੋਂ ਡਰੌਲੀ ਭਾਈ ਹਾਜ਼ਰ ਹੋ ਕੇ ਸਿੱਖੀ ਧਾਰਨ ਕੀਤੀ ਸੀ, ਜੋ ਬੜੇ ਪਿਆਰ ਵਾਲੇ ਸੀ, ਬੜੇ ਸਤਿਕਾਰ ਵਾਲੇ ਸੀ। ਭਾਈ ਰੂਪਾ ਤੇ ਭਾਈ ਸਾਧੂ ਪਿਓ ਪੁੱਤਰ ਸੀ ਦੋਨੇ। ਪਿੱਛੇ ਜੇ ਮੈਂ ਇਤਿਹਾਸ ਸੁਣਾਇਆ ਵੀ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਸੀ, ਠੰਡਾ ਪਾਣੀ ਮਹਾਰਾਜ ਜੀ ਨੂੰ, ਇਹ ਮਹਾਰਾਜ ਜੀ ਦੇ ਪੀਣ ਵਾਲਾ ਠੰਡਾ ਪਾਣੀ ਆ, ਜੇ ਸਤਿਗੁਰੂ ਜੀ ਇਹਨੂੰ ਪੀ ਲੈਣ ਤਾਂ ਕਿੰਨੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਹ ਗੱਲ ਜਾਣ ਕੇ ਇਹਨਾਂ ਨੇ ਠੰਡਾ ਪਾਣੀ ਪੀਤਾ ਨਹੀਂ, ਆਪ ਨਹੀਂ ਪਾਣੀ ਪੀਤਾ। ਇਹ ਮੇਰੇ ਗੁਰੂ ਜੀ ਪਾਣੀ ਪੀਣਗੇ ਤਾਂ ਅਸੀਂ ਪਾਣੀ ਪੀਵਾਂਗੇ। ਆਖੋ ਸਤਨਾਮ। ਜੇਠ ਹਾੜ ਦੀ ਰੁੱਤ ਵਿੱਚ ਇੱਕ ਦਿਨ ਇਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਆਪਣੇ ਪੀਣ ਵਾਸਤੇ ਇਹਨਾਂ ਨੇ ਪਾਣੀ ਦੀ ਇੱਕ ਸੁਰਾਹੀ ਭਰ ਕੇ ਬਿਰਸ ਨਾਲ ਲਟਕਾਈ ਹੋਈ। ਸੁਰਾਹੀ ਉਹ ਮਸਕ ਵਰਗੀ ਹੁੰਦੀ ਆ। ਜਿਹੜੇ ਟਰੱਕ ਡਰਾਈਵਰ ਹੁੰਦੇ ਨੇ, ਇਹਨਾਂ ਨੇ ਭਰ ਕੇ ਟਰੱਕ ਦੇ ਬਾਹਰਲੇ ਪਾਸੇ ਲਮਕਾਈ ਹੁੰਦੀ ਆ। ਉਹ ਫਿਰ ਜਿਉਂ-ਜਿਉਂ ਗੱਡੀ ਚੱਲਦੀ ਆ, ਉਹ ਪਾਣੀ ਹੁੰਦਾ ਜਿਹੜਾ ਉਹ ਠੰਡਾ ਹੁੰਦਾ ਹੈ। ਤਾਂ ਗੁਰਮੁਖ ਪਿਆਰਿਓ, ਇਹ ਇੱਕ ਦਰਖਤ ਦੇ ਥੱਲੇ ਲਟਕਾਈ ਹੋਈ ਆ, ਸਾਹ ਦੇ ਥੱਲੇ ਪਾਣੀ ਵਿੱਚ ਭਰਿਆ ਹੋਇਆ। ਦੁਪਹਿਰ ਦੇ ਸਮੇਂ ਜਦ ਇਹਨਾਂ ਨੂੰ ਤ੍ਰੇਹ ਲੱਗੀ, ਕੰਮ ਕਰ ਰਹੇ ਸੀ ਖੇਤ ਦੇ ਵਿੱਚ, ਜਦੋਂ ਤ੍ਰੇਹ ਲੱਗੀ ਪਾਣੀ ਦੀ ਤਾਂ ਪਾਣੀ ਪੀਣ ਵਾਸਤੇ ਉੱਠੇ। ਇਹਨਾਂ ਨੇ ਦੇਖਿਆ ਕਿ ਉਸ ਸੁਰਾਹੀ ਦਾ ਪਾਣੀ ਬਹੁਤ ਠੰਡਾ ਹੈ। ਦੋਹਾਂ ਪਿਓ ਪੁੱਤਰਾਂ ਨੇ ਸਲਾਹ ਕੀਤੀ ਕਿ ਇਹ ਪਾਣੀ ਸਤਿਗੁਰੂ ਜੀ ਦੇ ਪੀਣ ਯੋਗ ਹੈ। ਇਹ ਪਾਣੀ ਸਤਿਗੁਰੂ ਜੀ ਦੇ ਪੀਣ ਯੋਗ ਹੈ। ਦੇਖੋ ਕਿੰਨੀ ਸਰਧਾ, ਕਿੰਨੀ ਭਾਵਨਾ। ਐਵੇਂ ਨਹੀਂ ਕਿਹਾ ਗਿਆ ਵੀ ਅੱਗੇ ਸਿੱਖ ਪੱਕੇ ਹੁੰਦੇ ਸੀ, ਗੁਰਦੁਆਰੇ ਕੱਚੇ ਹੁੰਦੇ ਸੀ। ਆ ਨਿਯਮ ਪੱਕੇ ਹੁੰਦੇ ਸੀ ਉਹਨਾਂ ਦੀ ਸਰਧਾ ਪੱਕੀ ਹੁੰਦੀ ਸੀ। ਉਦੋਂ ਸਿੱਖਾਂ ਦੀ ਇਹ ਸੁਰਤੀ ਸੀ, ਇਹ ਬਿਰਤੀ ਸੀ ਵੀ ਜਿਹੜੀ ਸੋਹਣੀ ਚੀਜ਼ ਆ, ਵਧੀਆ ਚੀਜ਼ ਆ, ਉਹ ਗੁਰੂ ਦੇ ਕੋਲ ਹੋਣੀ ਚਾਹੀਦੀ। ਆਖੋ ਸਤਨਾਮ। ਗੁਰੂ ਦੇ ਕੋਲ ਹੋਣੀ ਚਾਹੀਦੀ ਹੈ ਵਧੀਆ ਚੀਜ਼, ਜਿਹੜੀ ਸੋਹਣੀ ਆ। ਪਰ ਗੁਰਮੁਖ ਪਿਆਰਿਓ, ਅੱਜ ਦਾ ਸਿੱਖ ਇਹ ਸੋਚਦਾ ਵੀ ਗੁਰੂ ਦੇ ਕੋਲ ਇਹਨੇ ਕੀ ਕਰਨਾ, ਤਾਂ ਮੇਰੇ ਕੋਲ ਹੋਣੀ ਚਾਹੀਦੀ ਆ। ਇਹ ਗੁਰਦੁਆਰੇ ਪਈ ਚੀਜ਼ ਕੀ ਕਰਦੀ ਆ, ਇਹ ਤਾਂ ਮੇਰੇ ਘਰ ਦੇ ਵਿੱਚ ਹੋਣੀ ਚਾਹੀਦੀ ਸੀ, ਮੇਰੇ ਕੋਲ ਹੋਣੀ ਚਾਹੀਦੀ ਸੀ। ਆ ਫਰਕ ਅੱਜ ਤੇ ਪੁਰਾਤਨ ਸਿੰਘਾਂ ਦੇ ਵਿੱਚ। ਹੁਣ ਪਾਣੀ ਠੰਡਾ ਵੇਖ ਕੇ ਪਿਓ ਪੁੱਤਰ ਭਾਈ ਰੂਪਾ ਤੇ ਭਾਈ ਸਾਧੂ ਆਪਸ ਦੇ ਵਿੱਚ ਵਿਚਾਰਾ ਕਰ ਰਹੇ ਨੇ ਕਿ ਇਹ ਪਾਣੀ ਸਤਿਗੁਰੂ ਜੀ ਦੇ ਪੀਣ ਦੇ ਯੋਗ ਹੈ। ਪਹਿਲਾਂ ਉਹ ਪੀਣਗੇ ਤਾਂ ਫਿਰ ਅਸੀਂ ਪੀਵਾਂਗੇ। ਇਹ ਸਲਾਹ ਕਰਕੇ ਦੋਵੇਂ ਜਣੇ ਪਿਆਸੇ ਹੀ ਫਿਰ ਆਪਣੇ ਕੰਮ ਤੇ ਜਾ ਲੱਗੇ। ਹੁਣ ਪਿਆਸ, ਅੰਤਾਂ ਦੀ ਪਿਆਸ ਲੱਗੀ ਹੋਈ, ਬੜੇ ਪਿਆਸੇ ਸੀ, ਪਾਣੀ ਪੀਣ ਵਾਸਤੇ ਆਏ। ਇਹ ਦੇਖ ਕੇ ਵੀ ਗੁਰੂ ਦੇ ਪੀਣ ਯੋਗ ਪਾਣੀ ਹੈ, ਪਹਿਲਾਂ ਗੁਰੂ ਜੀ ਪੀਣਗੇ ਫਿਰ ਅਸੀਂ ਪੀਵਾਂਗੇ।
ਤਾਂ ਗੁਰਮੁਖ ਪਿਆਰਿਓ ਦੁਬਾਰਾ ਫੇਰ ਕੰਮ ਕਰਨ ਲੱਗ ਪਏ। ਜਾ ਕੇ ਫੇਰ ਕੰਮ ਕਰਨ ਲੱਗ ਪਏ। ਮਨ ਵਿੱਚ ਚਿੰਤਨ ਲੱਗੇ ਕਰਨ ਕੇ ਸੱਚੇ ਪਾਤਸ਼ਾਹ ਜਲ ਬਹੁਤ ਠੰਡਾ ਹੈ, ਅਸੀਂ ਕਾਮੇ ਆਦਮੀ ਹਾਂ, ਸਾਡੇ ਪੀਣ ਵਾਲਾ ਨਹੀਂ, ਤੁਸੀਂ ਪਰਮ ਪੁਰਖ ਹੋ, ਇਹ ਸੁੰਦਰ ਸੀਤਲ ਜਲ ਆਪ ਜੀ ਦੇ ਸਕਣ ਯੋਗ ਹੈ। ਆਓ ਤੇ ਸਕ ਕੇ ਦਾਸਾਂ ਦੀ ਸਰਧਾ ਪੂਰਨ ਕਰੋ। ਇੱਛਾ ਕਰ ਲਈ ਮਨ ਪੂਰਨ, ਮਨ ਦੇ ਵਿੱਚ ਇੱਛਾ ਧਾਰਨ ਕਰ ਲਈ। ਕਿਉਂ? ਸਰਧਾ ਸੀ ਮਨ ਦੇ ਵਿੱਚ, ਭਾਵਨਾ ਸੀ। ਸਭ ਤੋਂ ਪਹਿਲਾਂ ਗੁਰੂ ਦੇ ਕੋਲ ਆਉਣਾ, ਸਰਧਾ ਧਾਰਨ ਕਰੀਏ ਵੀ ਪੂਰੇ ਗੁਰੂ ਨੇ, ਇਹ ਦੇਖ ਰਹੇ ਨੇ, ਇਹ ਸੁਣ ਰਹੇ ਨੇ, ਜੋ ਮੈਂ ਬੇਨਤੀ ਕਰਾਂਗਾ ਉਹ ਸੁਣਨਗੇ ਤੇ ਉਹਨੂੰ ਪੂਰੀ ਵੀ ਕਰਨਗੇ। ਸਰਧਾ ਮਨ 'ਚ ਰੱਖ ਕੇ ਆਵਾਂਗੇ ਤੇ ਜ਼ਰੂਰ ਪੂਰੀ ਕਰਦੇ ਆ। ਮਹਾਰਾਜ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਸਤਿਗੁਰੂ ਮਨ ਦੀ ਇੱਛਾ ਭਾਵਨਾ ਪੂਰੀਆਂ ਕਰਨ ਵਾਲਾ ਹੈ ਭਾਈ। ਮਨੋ ਮਨੀ ਅਰਦਾਸਾਂ ਕਰ ਰਹੇ, ਨਾਲੇ ਕੰਮ ਕਰ ਰਹੇ ਨੇ। ਸੱਚੇ ਪਾਤਸ਼ਾਹ ਆਓ ਤੇ ਜਲ ਸਕੋ, ਦਾਸਾਂ ਦੀ ਇੱਛਾ ਪੂਰੀ ਕਰੋ। ਸਤਿਗੁਰੂ ਜੀ ਇਸ ਸਮੇਂ ਇੱਥੋਂ 20 ਕੋਹ ਡਰੋਲੀ, ਭਾਈ ਕੀ ਡਰੋਲੀ ਬਰਾਜ ਰਹੇ ਸਨ। 20 ਕੋਹ ਤੇ ਸੀ। ਜਿੱਥੋਂ ਇਹ ਸਿੱਖ ਅਰਦਾਸਾਂ ਕਰ ਰਹੇ ਨੇ ਨਾ, ਉਸ ਸਮੇਂ ਸਤਿਗੁਰੂ ਉਸ ਜਗ੍ਹਾ ਤੋਂ 20 ਕੋਹ ਤੋਂ ਦੂਰ ਸੀ। ਦੁਪਹਿਰ ਦਾ ਸਮਾਂ ਸੀ। ਜਿਸ ਸਮੇਂ ਆਪ ਜੀ ਨੂੰ ਪ੍ਰੇਮ ਅਰਜ਼ੋਈ ਪਹੁੰਚੀ, ਪਤਾ ਲੱਗ ਜਾਂਦਾ ਅੰਤਰਜਾਮੀ ਸਤਿਗੁਰੂ ਜਾਣਦੇ ਨੇ ਵੀ ਮੈਨੂੰ ਕਿਹਨੇ ਯਾਦ ਕੀਤਾ। ਤਾਂ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਮੇਂ ਦੇ ਨਾਲ ਸਤਿਗੁਰੂ ਨੂੰ ਯਾਦ ਕੀਤਾ ਨਾ, ਅੰਦਰੋਂ ਚਿੰਤਨ ਕੀਤਾ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਨੇ। ਆਖੋ ਸਤਿਨਾਮ। ਉਹਨਾਂ ਨੂੰ ਦਰਸ਼ਨ ਦਿੱਤੇ ਨੇ ਸਤਿਗੁਰੂ ਜੀ ਨੇ। ਅੱਜ ਵੀ ਆਉਂਦੇ ਨੇ, ਅੱਜ ਵੀ ਮਿਲਦੇ ਨੇ। ਆਪਣੇ ਪਿਆਰਿਆਂ ਨੂੰ ਸਤਿਗੁਰੂ ਸੁਪਨੇ ਦੇ ਵਿੱਚ ਹੀ ਆ ਕੇ ਦਰਸ਼ਨ ਦੇ ਦਿੰਦੇ ਨੇ। ਆਖੋ ਸਤਿਨਾਮ। ਸੁਪਨ ਚ ਨਿੱਤਰ ਮਿੱਤਰ ਬਣ ਕੇ ਪਵਿੱਤਰ ਆਜ ਮੋਰੇ ਆਏ ਹੈ। ਗੁਰਬਾਣੀ ਦਾ ਸ਼ਬਦ ਆ। ਗੁਰਬਾਣੀ ਕਹਿੰਦੀ ਆ ਗੁਰੂ ਜੀ ਸੁਪਨੇ ਵਿੱਚ ਆ ਜਾਂਦੇ ਨੇ, ਸਾਰਾ ਕੁਝ ਸਿੱਖ ਨੂੰ ਸਮਝਾ ਜਾਂਦੇ ਨੇ। ਗੱਲ ਆ ਸਰਧਾ ਦੀ, ਭਾਵਨਾ ਦੀ। ਜਦੋਂ ਮੈਂ ਗੁਰਦੁਆਰਾ ਸਾਹਿਬ ਤਿਆਰ ਕੀਤਾ ਨਾ ਸਿਰ ਮਾਜਰੇ ਦੀ ਧਰਤੀ ਤੇ 2014 ਦੇ ਵਿੱਚ ਤਿਆਰ ਸ਼ੁਰੂ ਕੀਤਾ ਸੀ। 2018 ਦੇ ਵਿੱਚ ਉਦਘਾਟਨ ਕੀਤਾ। ਲਗਾਤਾਰ 4 ਸਾਲ ਲਗਾਤਾਰ ਕੰਮ ਚੱਲਿਆ। ਮੈਨੂੰ ਕਈ ਸਲਾਹਾਂ ਦਿਆ ਕਰਨ, ਬਾਬਾ ਜੀ ਮਾਂ ਭਾਈ ਕਹਿੰਦੇ ਜੀ ਆਪਾਂ ਆਰਜੀ ਡਾਕਟਰ ਬੁਲਾ ਲੈਂਦੇ ਹਾਂ। ਮਾਂ ਤੋਂ ਕੀ ਕਰਾਉਣਾ? ਕਹਿੰਦੇ ਜੀ ਉਹ ਬੜਾ ਸੂਝਵਾਨ ਹੁੰਦਾ, ਬੜਾ ਦੱਸ ਦੂ ਆਪਾਂ ਨੂੰ ਵੀ ਕਿਵੇਂ ਕਰਨਾ। ਮੈਂ ਕਿਹਾ ਸੂਝਵਾਨ ਦੀ ਤਾਂ ਉੱਥੇ ਲੋੜ ਹੁੰਦੀ ਜਿੱਥੇ ਅੱਗੇ ਕੋਈ ਸੂਝਵਾਨ ਨਾ ਹੋਣ। ਇਹ ਦੱਸੋ ਵੀ ਸਤਿਗੁਰੂ ਤੋਂ ਵੱਡਾ ਸੂਝਵਾਨ ਕਿਹੜਾ ਹੈ? ਆਰਜੀ ਡਾਇਰੈਕਟਰ ਨੂੰ ਕਿਹਨੇ ਬਣਾਇਆ? ਉਹਨੂੰ ਕਿਹਨੇ ਥਾਪਿਆ? ਕਹਿੰਦੇ ਮਹਾਰਾਜ ਨੇ। ਮਹਾਰਾਜ ਕਿੱਥੇ ਨੇ? ਕਹਿੰਦੇ ਅੰਦਰ ਬੈਠੇ ਨੇ। ਮੈਂ ਫਿਰ ਕੀ ਲੋੜ ਪਈ ਆ? ਜੋ ਵੀ ਗੁਰੂ ਘਰ ਦੀ ਉਸਾਰੀ ਕਰਨੀ ਹੁੰਦੀ ਸੀ ਨਾ, ਰੋਜ਼ ਮੈਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਆਪ ਜੀਆਂ ਦਾ ਦਰਬਾਰ ਸਾਹਿਬ ਤਿਆਰ ਹੋ ਰਿਹਾ, ਜਿਵੇਂ ਵੀ ਚੰਗਾ ਲੱਗਦਾ ਤੁਹਾਨੂੰ ਉਸੇ ਤਰ੍ਹਾਂ ਮਿਹਰ ਕਰ ਦਿਓ, ਉਸੇ ਤਰ੍ਹਾਂ ਰਹਿਮਤ ਕਰ ਦਿਓ। ਜਾ ਕੇ ਦੇਖਿਓ ਕਿਤੇ ਪਿੰਡ ਸਿਰ ਮਾਜਰਾ ਪਟਿਆਲੇ ਦੇ ਨੇੜੇ ਆ, ਮੈਣ ਵਾਲੀ ਸਾਈਡ ਆਲੀਸ਼ਾਨ ਗੁਰਦੁਆਰਾ। ਆਲੇ ਦੁਆਲੇ 50 ਪਿੰਡਾਂ 'ਚ ਐਸਾ ਗੁਰਦੁਆਰਾ ਨਹੀਂ ਮਿਲੇਗਾ ਤੁਹਾਨੂੰ। ਵਿੱਚ ਕਰਤਾ ਪੁਰਖ ਖਲੋਆ ਤਾਂ ਬਾਲ ਨਾ ਬਿੰਗਾ ਹੋਆ।
ਜਦੋਂ ਵਿੱਚ ਪਰਮੇਸ਼ਰ ਖਲੋ ਜਾਂਦਾ ਨਾ, ਖੜ ਜਾਂਦਾ, ਫਿਰ ਖੇਡਾਂ ਹੋਰ ਦੀ ਹੋਰੇ ਹੋ ਜਾਂਦੀਆਂ ਨੇ। ਆਖੋ ਸਤਨਾਮ। ਹੋਰ ਦੀ ਹੋਰੇ ਖੇਡਾਂ ਹੋ ਜਾਂਦੀਆਂ ਨੇ। ਸਤਿਗੁਰੂ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਸਭ ਨੂੰ ਮੱਤ ਦੇਣ ਵਾਲੇ, ਸਭਨਾਂ ਦੇ ਵਿੱਚ ਵਸ ਰਿਹਾ ਸਤਿਗੁਰੂ। ਤਾਂ ਗੁਰਮੁਖ ਪਿਆਰਿਓ, ਉਹ ਵਿੱਚ ਵਰਤਦਾ ਹੈ ਤੇ ਰਾਤ ਨੂੰ ਆਪਣੇ ਪਿਆਰੇ ਨੂੰ ਸੁਪਨੇ ਵਿੱਚ ਹੀ ਸਭ ਕੁਝ ਸਮਝਾ ਜਾਂਦਾ ਹੈ। ਬੜੀਆਂ ਖੇਡਾਂ ਵਾਪਰੀਆਂ, ਕੀ ਦਸੀਏ, ਕੀ ਕੌਤਕ ਵਾਪਰੇ। ਬੜੀਆਂ ਖੇਡਾਂ ਵਾਪਰੀਆਂ। ਉਹ ਵਾਹਿਗੁਰੂ ਪਰਮੇਸ਼ਰ ਬੜੇ ਬੇਅੰਤ ਨੇ ਭਾਈ। ਉਹ ਤਾਂ ਸਿਨਾਂ ਦੇ ਵਿੱਚ ਰਾਜੇ ਨੂੰ ਭਿਖਾਰੀ ਬਣਾ ਦਿੰਦੇ ਆ। ਭਿਖਾਰੀ ਨੂੰ ਸਿਨਾਂ ਦੇ ਵਿੱਚ ਰਾਜਾ ਬਣਾ ਦਿੰਦੇ ਆ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਪੁਰਖਣ ਤੇ ਜੋ ਨਾਰੀ। ਤਾਂ ਗੁਰਮੁਖ ਪਿਆਰੇ, ਉਹਦੇ ਚੋਜਾਂ ਦਾ ਕੋਈ ਪਤਾ ਨਹੀਂ ਹੈ। ਉਹ ਬੜਾ ਬੇਅੰਤ ਹੈ। ਬੜੀ ਕਿਰਪਾ ਆਪਣੇ ਸੇਵਕਾਂ ਸਿੱਖਾਂ ਤੇ ਕਰਦਾ। ਉਹ ਅੰਤਰਜਾਮੀ ਆ ਭਾਈ। ਉਹਦਾ ਸਲਾਹਕਾਰ ਕੋਈ ਨਹੀਂ ਹੁੰਦਾ। ਪਰਮੇਸ਼ਰ ਦਾ ਸਲਾਹਕਾਰ ਨਹੀਂ ਕੋਈ। ਨਾ ਪਰਮੇਸ਼ਰ ਕਿਸੇ ਤੋਂ ਸਲਾਹ ਲੈਂਦਾ। ਆਖੋ ਸਤਨਾਮ। ਲੈ ਤੇ ਕੰਮ ਸ਼ੁਰੂ ਕਰ ਲਈਏ, ਸਲਾਹ ਲੈਣ ਲੱਗ ਜਾਈਏ। ਬੁਲਾ ਕੇ ਵੀ ਭਾਈ ਦੱਸੋ, ਕੋਈ ਕੁਝ ਕਹੂਗਾ, ਕੋਈ ਕੁਝ ਕਹੂਗਾ। ਹੁਣ ਦਿਖਾ ਦਈਏ ਕਿ ਆਪਾਂ ਕੀ ਕਹਿਣਗੇ ਜੀ, ਬੜਾ ਉੱਚਾ ਕਮਰਾ ਬਣਾ ਲਿਆ। ਇਹ ਤਾਂ ਜੀ 5 ਫੁੱਟ ਧਰਤੀ ਤੋਂ ਉੱਚਾ ਬਣ ਗਿਆ। ਇੱਧਰੋਂ ਇੰਨੇ ਉੱਚੇ ਦੀ ਕੀ ਲੋੜ ਆ ਬਾਬਾ ਜੀ। ਕੋਈ ਕੁਛ ਕਹੋ, ਕੋਈ ਕੁਛ ਕਹੋ। ਕੋਈ ਕਹੂਗਾ ਲੈ ਭੋਰਾ ਹੀ ਬਣਾ ਲੈਂਦੇ ਜੀ, ਇੰਨੀ ਮਿੱਟੀ ਦੇ ਪੈਸੇ ਲਾਏ ਨੇ, ਲੈਂਟਰ ਪੈ ਜਾਂਦਾ। ਕੋਈ ਕੁਛ ਕਹੂਗਾ, ਕੋਈ ਕੁਛ ਕਹੂ। ਕੋਈ ਟਾਕੀ ਇੱਧਰ ਨੂੰ ਰੱਖ ਲਓ ਜੀ, ਮੋਰੀ ਇੱਧਰ ਨੂੰ ਰੱਖ ਲਓ ਜੀ, ਪੌੜੀ ਇੱਧਰ ਨੂੰ ਚੜ੍ਹ ਲਓ। ਸੁਣੀ ਚਲੋ ਲੋਕਾਂ ਦੀਆਂ। ਤਾਂ ਗੁਰਮੁਖ ਪਿਆਰਿਓ, ਗੁਰੂ ਘਰ ਦੇ ਵਿੱਚ ਗੁਰੂ ਦੀ ਚੱਲਦੀ ਹੈ। ਗੁਰੂ ਤੋਂ ਵੱਡਾ ਕੋਈ ਮੱਤ ਦੇਣ ਵਾਲਾ ਨਹੀਂ ਹੈ। ਉਹਦੀ ਮੱਤ ਬੜੀ ਆ। ਜੇ ਮਨਮਾਨੀਆਂ ਕਰਾਂਗੇ ਨਾ, ਆਪਣੇ ਆਪ ਹੀ ਘੁੰਮ ਜਾਣਾ ਕੰਮ ਜਾ। ਵੀ ਆਏ ਨਹੀਂ ਆਏ, ਆਏ ਆ। ਹੁਣ ਇੱਥੇ ਹੋਈ ਆ। ਅਸੀਂ ਨੇ ਜਦੋਂ ਸ਼ੁਰੂ ਕੀਤਾ ਕੰਮ, ਆਪਣੇ ਬੋਬੀ ਜੀ ਹੁਣੀ ਕਹਿਣ ਲੱਗੇ ਬਾਬਾ ਜੀ ਆਪਾਂ ਇਹਨੂੰ ਐਂ ਕਰ ਲੈਂਦੇ। ਮੈਂ ਕਰ ਲੈਂਦੇ ਭਾਈ, ਠੀਕ ਆ। ਲੈਟਰਿੰਗ ਬਾਥਰੂਮ ਕਮਰੇ ਦੇ ਨਾਲੇ ਵਿੱਚ ਹੀ, ਕੰਧ ਵੀ ਕੱਢ ਲਈ, ਸਾਰਾ ਕੁਝ ਕੱਢ ਲਿਆ। ਉਹ ਬਸ ਸਵੇਰ ਨੂੰ ਖੇਡ ਇਹੋ ਜਿਹੀ ਵਰਤ ਗਈ। ਹੁਕਮ ਹੋ ਗਿਆ ਵੀ ਇੱਧਰ ਨੂੰ ਨਹੀਂ, ਇੱਧਰ ਨੂੰ ਕਰੋ। ਮੈਂ ਇਹਨਾਂ ਨੂੰ ਫੋਨ ਮਾਰਿਆ, ਮਾਂ ਵੀ ਇਹ ਕੰਮ ਹੋ ਗਿਆ ਇੱਕਣ। ਇਹ ਕਹਿੰਦੇ ਬਾਬਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੀ ਚੱਲੋ। ਹਰ ਚੀਜ਼ ਗੁਰੂ ਘਰ ਦੀ, ਗੁਰੂ ਨੇ ਆਪਣੇ ਹਿਸਾਬ ਦੇ ਨਾਲ ਕਰਵਾਉਣੀ ਆ। ਹੁਣ ਘਰ ਦੇ ਵਿੱਚ ਮਾਲਕ ਆ, ਉਹ ਮਾਲਕ ਨੇ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਹੁੰਦਾ ਨਾ। ਹੁਣ ਮੇਰੇ ਵਰਗੇ ਤਾਂ ਰਹਿ ਦਈ ਜਾਂਦੇ ਨੇ ਭਾਈ ਇੱਧਰ ਨੂੰ ਇਹਨੂੰ ਐਂ ਕਰ ਲਿਓ, ਇਹਨੂੰ ਐਂ ਕਰ ਲਿਓ। ਪਰ ਜਿਹੜਾ ਮਾਲਕ ਹੁੰਦਾ ਘਰ ਦਾ ਨਾ, ਉਹਨੇ ਆਪਣੇ ਹਿਸਾਬ ਨਾਲ ਕਰਨਾ ਹੁੰਦਾ। ਇੱਥੇ ਵੀ ਜੋ ਗੁਰੂ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੋਣਾ ਹੈ ਭਾਈ। ਇਹ ਸਤਿਗੁਰੂ ਜੀ ਦਾ ਸਥਾਨ ਹੈ। ਇਹ ਸਤਿਗੁਰੂ ਜੀ ਨੇ ਆਪਣੇ ਆਪ ਹੀ ਚੜ੍ਹਦੀ ਕਲਾ 'ਚ ਲੈ ਕੇ ਜਾਣਾ ਇਹਨੂੰ। ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ। ਦੇਸਾਂ ਵਿਦੇਸਾਂ ਵਿੱਚ, ਦੁਨੀਆ ਵਿੱਚ ਸਾਰੇ ਸਾਧੂ ਸੰਤਾਂ ਮਹਾਂਪੁਰਖਾਂ 'ਚ ਪਤਾ ਲੱਗ ਗਿਆ ਕੋਈ ਧੀਰੋ ਮਾਜਰੇ ਦਾ ਗੁਰਦੁਆਰਾ ਹੈ। ਆ ਜੋ ਲਾਈਵ ਚੱਲਦਾ ਨਾ, ਕਿਤੋਂ ਪਤਾ ਲੱਗਦਾ ਵੀ ਇਹ ਲਾਈਵ ਕਥਾ ਧੀਰੋ ਮਾਜਰੇ ਗੁਰਦੁਆਰਾ ਸਾਹਿਬ ਸੰਤ ਰੇਨ ਬਾਬਾ ਲਖਵੀਰ ਸਿੰਘ ਜੀ ਕਰ ਰਹੇ ਨੇ। ਇਸ ਕਰਕੇ ਇਹ ਗੁਰੂ ਦਾ ਦਾਰਾ, ਗੁਰੂ ਤੋਂ ਵੱਡਾ ਕੋਈ ਆਰਜੀ ਡਾਇਰੈਕਟਰ ਨਹੀਂ ਹੋ ਸਕਦਾ। ਬੜਾ ਸੋਹਣਾ ਆਲੀਸ਼ਾਨ ਗੁਰਦੁਆਰਾ ਧੀਰੋ ਮਾਜਰੇ ਦੀ, ਵਾਹਿਗੁਰੂ ਸ਼ੇਰ ਮਾਜਰੇ ਦੀ ਧਰਤੀ ਤੇ ਸਤਿਗੁਰੂ ਜੀ ਨੇ ਸੇਵਾਵਾਂ ਲਈਆਂ। ਜਿੱਥੇ ਛੱਡ ਕੇ ਆ ਗਿਆ ਸੀ ਨਾ, ਉੱਥੇ ਕੀ ਪਿਆ। ਗੁੰਮਟ ਲਾਣੀ ਸੀ ਸੇ ਆਲੇ ਦੁਆਲੇ, ਉੱਥੇ ਹੀ ਰਹਿ ਗਏ। ਮੁੜ ਕੇ ਆਖੋ ਸਤਨਾਮ, ਇੱਕ ਵੀ ਇੱਟ ਨਹੀਂ ਲੱਗੀ ਹੈ।
ਉਹ ਸਾਰਾ ਪਿੰਡ ਲੱਭਦਾ ਫਿਰਦਾ, ਕਹਿੰਦੇ ਬਾਬਾ ਜੀ ਗਏ ਕਿੱਥੇ ਨੂੰ। ਜਿੱਦੇ ਛੱਡਿਆ ਬਣਾ ਕੇ 1 ਮਿੰਟ ਦੇ ਵਿੱਚ 12 ਸਾਲ ਸੇਵਾ ਕੀਤੀ, 1 ਮਿੰਟ ਦੇ ਵਿੱਚ ਹੀ ਕਹਿ ਦਿੱਤਾ ਨਗਰ ਵਾਲੇ, ਲਓ ਭਾਈ ਗੁਰਦੁਆਰਾ ਤਿਆਰ ਹੋ ਗਿਆ। ਅਖੰਡ ਪਾਠ ਸਾਹਿਬ 21 ਕਰਵਾਏ ਸੀ, 21 ਅਖੰਡ ਪਾਠ ਸਾਹਿਬ ਸੰਗਤਾਂ ਨੇ ਰਲ ਮਿਲ ਕੇ ਪ੍ਰੇਰਨਾ ਕੀਤੀ, ਉਦਘਾਟਨ ਕਰਕੇ ਲਓ ਭਾਈ ਨਗਰੀ ਬਸਦੀ ਭਲੀ ਤੇ ਸਾਧੂ ਚੱਲਦੇ ਭਲੇ। ਜਿੱਦੇ ਛੱਡ ਕੇ ਆਇਆ ਗੁਰਦੁਆਰਾ ਸਾਹਿਬ ਨਗਰ, 2018 ਦੀ ਗੱਲ 19 ਦੀ ਗੱਲ ਆ, ਬਹੁਤਾ ਦੂਰ ਨਹੀਂ। ਮੈਂ ਕਹਿੰਦਾ ਵੀ ਸਾਰਾ ਨਗਰ ਰੋ ਰੋ ਕੇ ਕਮਲਾ ਹੋ ਗਿਆ ਸੀ। ਹੁਣ ਤੁਸੀਂ ਕਹੋਗੇ ਵੀ ਛੱਡ ਕੇ ਕਿਉਂ ਆ ਬਾਬਾ ਜੀ, ਜਦੋਂ ਇੰਨਾ ਪਿਆਰ ਕਰਦੇ ਸੀ। ਜੇ ਉੱਥੋਂ ਛੱਡ ਕੇ ਨਾ ਆਉਂਦੇ ਫਿਰ ਤੁਹਾਡੇ ਲਵੇ ਕਿਵੇਂ ਆਉਂਦੇ? ਆਖੋ ਸਤਨਾਮ। ਇੱਥੇ ਸੇਵਾ ਲੈਣੀ ਸੀ ਸਤਿਗੁਰੂ ਨੇ। ਇਹ ਵਾਹਿਗੁਰੂ ਪਰਮੇਸ਼ਰ ਦੀਆਂ ਡਿਊਟੀਆਂ ਨੇ ਭਾਈ। ਉਹ ਸਤਿਗੁਰੂ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਜਿੱਥੇ ਗੁਰਮੁਖ ਪਿਆਰੇ ਦਾਣਾ ਪਾਣੀ ਲਿਖਿਆ ਹੋਇਆ ਨਾ, ਉੱਥੇ ਸਤਿਗੁਰੂ ਜੀ ਨੇ ਆਪ ਹੀ ਬੁਲਾ ਲੈਣਾ ਹੈ। ਉਹ ਆਪ ਹੀ ਡਿਊਟੀ ਲਾਉਂਦੇ ਆ। ਨਾ ਕਮੇਟੀ ਵਾਲੇ ਨੂੰ ਮੈਂ ਜਾਣਦਾ ਸੀ, ਨਾ ਸੰਗਤਾਂ ਨੂੰ ਨਗਰ ਵਾਲੇ ਨੂੰ ਮੈਂ ਜਾਣਦਾ ਸੀ, ਨਾ ਮੈਨੂੰ ਕੋਈ ਜਾਣਦਾ ਸੀ। ਬਸ ਸਤਿਗੁਰੂ ਜੀ ਐਸੀ ਖੇਡ ਬਣਾ ਦਿੰਦੇ ਨੇ, ਐਸੀ ਵਿਧੀ ਬਣਾ ਦਿੰਦੇ ਨੇ, ਆਪਣੇ ਆਪ ਹੀ ਮੇਲ ਕਰਵਾ ਦਿੰਦੇ ਨੇ। ਉਹ ਬੜਾ ਸਰਵਾਗਾ, ਉਹ ਬੜਾ ਸਿਆਣਾ, ਬੜੀਆਂ ਸਿਆਣਪਾਂ ਨੇ ਗੁਰਮੁਖ ਪਿਆਰਿਓ। ਲੱਖ ਸਿਆਣਪਾਂ, ਲੱਖਾਂ ਸਿਆਣਪਾਂ ਹੋਣ ਬੰਦੇ ਕੋਲ, ਪਰ ਗੁਰੂ ਦੇ ਕੋਲ ਇੱਕ ਨਹੀਂ ਚੱਲਦੀ। ਆਖੋ ਸਤਨਾਮ। ਵਿਚਾਰ ਚੱਲ ਰਹੀ ਸੀ, ਸਤਿਗੁਰੂ ਮਹਾਰਾਜ ਜੀ ਅੰਤਰਜਾਮੀ ਜਾਣਗੇ ਤਤ ਸਿਨ ਹੀ। ਮਹਾਰਾਜ ਜੀ ਕਹਿੰਦੇ ਸਿੰਘੋ ਘੋੜੇ ਤਿਆਰ ਕਰੋ ਫਟਾਫਟ, ਘੋੜੇ ਤਿਆਰ ਕਰੋ। ਘੋੜੇ ਤਿਆਰ ਕੀਤੇ ਤੇ ਮਾਰ ਕੇ ਪਲਾਕੀ ਘੋੜਿਆਂ ਉੱਤੇ ਅੱਗੇ ਅੱਗੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੇ ਪਿੱਛੇ ਪਿੱਛੇ ਨਾਲ ਸਿੰਘ ਘੋੜੇ ਉੱਤੇ ਸਵਾਰ ਹੋ ਕੇ ਪ੍ਰੇਮੀਆਂ ਪਾਸ। ਤਾਂ ਗੁਰਮੁਖ ਪਿਆਰਿਓ ਪਹੁੰਚ ਗਏ। ਆਵਾਜ਼ ਦਿੱਤੀ, ਭਾਈ ਸਾਨੂੰ ਬਹੁਤ ਪਿਆਸ ਲੱਗੀ ਹੈ, ਪਾਣੀ ਪਿਲਾਓ। ਦੋਹਾਂ ਪਿਓ ਪੁੱਤਰਾਂ ਨੇ ਆਵਾਜ਼ ਸੁਣੀ, ਖੁਸ਼ੀ ਦੇ ਨਾਲ ਗਦ-ਗਦ ਹੋ ਕੰਮ ਤੋਂ ਉੱਠੇ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਲ ਨੂੰ ਭੱਜੇ ਆਏ। ਪਿਓ ਉਹਦੇ ਅੱਗੋਂ, ਪੁੱਤਰ ਉਹਦੇ ਅੱਗੋਂ ਭੱਜੇ ਭੱਜੇ ਆਏ ਤੇ ਮਹਾਰਾਜ ਦੇ ਚਰਨ ਪਰਸੇ ਤੇ ਬੜੇ ਸਤਿਕਾਰ ਦੇ ਨਾਲ ਮਹਾਰਾਜ ਜੀ ਕਹਿੰਦੇ ਸਿੰਘੋ ਲਿਆਓ ਪਾਣੀ, ਪਿਲਾਓ ਪਾਣੀ। ਤਾਂ ਗੁਰਮੁਖ ਪਿਆਰਿਓ ਬੜੇ ਸਤਿਕਾਰ ਦੇ ਨਾਲ ਸੁਰਾਹੀ ਵਿੱਚੋਂ ਪਾਣੀ ਪਾ ਕੇ ਸਤਿਗੁਰੂ ਜੀ ਨੂੰ ਦਿੱਤਾ। ਮਹਾਰਾਜ ਜੀ ਪੀਓ। ਆਪ ਜੀ ਨੇ ਬੜੇ ਕਿਰਪਾ ਕੀਤੀ, ਜਲ ਛਕਾਇਆ। ਮਹਾਰਾਜ ਜੀ ਖੁਸ਼ ਹੋ ਗਏ। ਆਪ ਜੀ ਨੇ ਬੜੇ ਪ੍ਰੇਮ ਨਾਲ ਜਲ ਛਕਾਇਆ ਤੇ ਪ੍ਰਸੰਨ ਹੋ ਕੇ ਹੁਕਮ ਕੀਤਾ, ਭਾਈ ਸਿੱਖੋ ਹੁਣ ਤੁਸੀਂ ਹੋਰ ਕਿਰਤ ਛੱਡ ਕੇ ਲੰਗਰ ਚਲਾਇਆ ਕਰੋ। ਮਹਾਰਾਜ ਜੀ ਕਹਿੰਦੇ ਲੰਗਰ ਚਲਾਇਆ ਕਰੋ। ਇੱਕ ਗੱਲ ਯਾਦ ਰੱਖਿਓ, ਜੇ ਧਰਤੀ ਤੇ ਲੰਗਰ ਚੱਲੇਗਾ ਨਾ ਗੁਰੂ ਦਾ, ਉੱਥੇ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਹੋਣਗੀਆਂ। ਆਖੋ ਸਤਨਾਮ। ਇਹ ਗੁਰੂ ਘਰ ਦੀ ਪਰੰਪਰਾ ਹੈ। ਅਸੀਂ ਤਾਂ 4 ਦਿਨ ਲਾ ਕੇ ਲੰਗਰ ਥੱਕ ਜਾਂਦੇ ਆ। ਬਾਬਾ ਜੀ ਬਸ ਲੰਗਰ ਹੁਣ ਆਪਾਂ ਬੰਦ ਕਰ ਦਿਓ ਜੀ, ਲੋੜ ਨਹੀਂ ਹੈ। ਇਹ ਕੀ ਆ? ਇਹ ਸਾਡੀ ਮਨਮੱਤਾ। ਗੁਰੂ ਘਰ ਦੀ ਮੱਤ ਕੀ ਕਹਿੰਦੀ ਆ?
गुरु घर की मत, गुरु के घर में सदा लंगर ते कीर्तन, ये दोने चीज़ां सदा ही चलदियां रहिंदियां ने। आखो सतनाम। ते दूसरी कार सेवा, महाराज अमृतसर की धरती के उत्ते बुल्ला चल के आया। बुल्ला एक कवि सी। जदों अमृतसर की धरती से बुल्ला चल के आया, बुल्ले ने देखा एक पासे लंगर चल रहे ने, एक पासे कार सेवा चल रही आ, एक पासे जोड़ी ते कीर्तन हो रहा है। आ सुनियो ध्यान दे नाल बचन। एक पासे लंगर चल रहा, एक पासे कीर्तन चल रहा, एक पासे कार सेवा चल रही है। बुल्ले तो फिर रहा नहीं गया देख के। बुल्ला की कहन लगा, एक कवि सी, बहुत तकड़ा कवि सी, गुरु घर दा कवि। तां गुरमुख प्यारिओ इन्हें देखिया, इन्हें फिर कविता लिखी, कहंदा इट खड़का दुगण वजै। इट खड़के का मतलब भी गुरु घर दे विच काम चल रहा सी। इट खड़का दुगण वजै। दुगण वजन का मतलब जिहड़ियां दो हुंदियां ने, जोड़ी कहने जिन्हों आपां अपने अंदर भी पई है जोड़ी। इट खड़का दुगण वजै, नाले तप्पे चुल्हा। चुल्हा तां तपूगा ना जे उत्थे लंगर पानी कोई तैयार हो, कोई दाल सब्जी, कोई लंगर पानी, कोई चाह, ताइयों चुल्हा तपूगा ना। जे हुण लंगर ही नहीं बनावांगे, प्रसादा ही नहीं बनावांगे, फिर चुल्हा तो ठंडा ही रहूगा। आखो सतनाम। तां गुरमुख प्यारिओ, बुल्ला कहंदा इट खड़का दुगण वजै, नाले तप्पे चुल्हा। इन्हां गल्लां ते रब भी राजी, नाले राजी बुल्ला। आखो सतनाम। आ गल्लां जिहड़े लंगर चलदा ना, कीर्तन हुंदा, महाराज जी खुश होंदे ने, बरकतां पैंदियां ने, महाराज जी खुशियां बख्शदे ने। ये एवें नहीं कोई परंपरा चलाई हुई। ऐ तो गुरु घर में लंगर रोज चलते हैं, फिर अपने वर्गे मनमत्ती जाके बढ़ जाण उत्थे भी संतां नूं कहण भी छड्डो जी लंगर नूं, भी एक दिन ला दिया करो। ਇਹਦਾ ਇਹ ਵੀ नहीं पता भी कहने एक दिन भी नहीं लाना है। जे गुरु घर दे विच लंगर चलूगा ना, तो माफ कर दिओ, दिन दुगणियां रात चौगणियां तरक्कियां ते बरकतां जरूर होणगियां। लंगर तां चलू जे संगत आऊगी। जे संगत आऊगी तां गुरमुख प्यारे दिन दुगणियां रात चौगणियां तरक्कियां होणियां ने। मान लो हुण आपां गोलक गुरु घर दी जे इत्थे संगतां नहीं आउणे, इहदे विच की पैना? कुछ नहीं पैना। जे संगतां आउणगियां तां तिल फुल पऊगा। कोई गुरु घर दा बिल, कोई बल्लभ सल्लभ, कोई होर 100 चीज़ां खराब हुंदियां ने, ताइयों बनू ना। इस करके ये गुरु घर दियां पुरातन मर्यादा ने। तां गुरमुख प्यारिओ, महाराज जी का बचन, महाराज जी कहते जह कीर्तन तेरा साधु गावै, जह कीर्तन तेरा साधु गावै, तह मेरा मन लागै। कहते जिथे कोई साधु महात्मा कीर्तन करदा, वो परमेश्वर की कीर्ति करदा, कहते मेरा मन लगदा ही उत्थे आया। आखो सतनाम। उत्थे मैं फिर हाजर नाजर हो जाना। जिथे फिर परमेश्वर हाजर नाजर हो गया, दिन दुगणियां रात चौगणियां तरक्कियां होनी होनियां ने। आखो सतनाम। ये बहुत डूंघियां गल्लां ने भाई, बहुत सोचण वालियां गल्लां ने, बहुत समझण वालियां गल्लां ने। इस करके जिहड़े संतां दे गुरुद्वारे आउंदे ने ना, वो दिन दुगणियां रात चौगणियां तरक्कियां ते क्यों हुंदे ने? क्यों पिंडां जिहड़े जिहड़े गुरुद्वारे बने हुंदे ने, उत्थे मनमत नहीं चलदी, उत्थे गुरमत चलदी आ। इसे करके तरक्कियां दे हुंदे ने। जिथे मनमत चल जाए ना, वो भावें गुरुद्वारा है, भावें कोई घर है, वो फेल होई होया। लाओ आखो सतनाम। बड़े गुरुद्वारे ऐसे ने
जिथे मनामत्तां चलदियां ने, अपनियां चलदियां ने, बड़े मुलादना सानू बड़े कहते हैं बाबा जी आ भी गुरुद्वारा साਂਭ लो जी, ये 5 किले जमीन आ भी साਂਭ लो जी, वो भी साਂਭ लो, आ भी साਂਭ लो। पर उत्थे मनमत्तां चलदियां ने, अपनियां चलाते ने बंदे। इसे करके गुरमुख प्यारिओ वो फेल होए पे ने, उत्थे बरकत ही नहीं। बरकत उत्थे होणगे जिथे महाराज जी हाजर नाजर होणगे। जह कीर्तन तेरा साधु गावे तह मेरा मन लागे। महाराज जी कहते उत्थे मैं हाजिर हो जाना जिथे कथा कीर्तन दे प्रवाह चलते ने, गुरु दी खुशियां प्राप्त होंदियां ने। तां गुरमुख प्यारिओ विचार चल रही आ, भाई रूपा ते भाई साधु बड़े गुरसिख प्यार वाले, बड़े प्यार दे नाल महाराज जी नूं जल सकाया। महाराज जी कहते हुण काम करना छड्ड दो। महाराज जी फिर होर की करिया करिए। महाराज जी कहते तुसीं भाई सिखो, हुण तुसीं किरत छड्ड के लंगर चलाया करो, लंगर चलाया करो। सो इस तरह ये भाई परम सिंह ते भाई धर्म सिंह छेवें पातशाही तो भरोस आए हुए गुरसिख दे पुत्र ते पोतरे सन, जिन्हां ने अपने मन तन नाल सतगुरु जी की सेवा करके खुशियां प्राप्त कीतियां। प्रेमिया जिहड़ा वो अकदा नहीं, वो थकदा नहीं, वो नहीं परवाह करया करदा, ना अकदे ना थकदे। जिन्हां ने अंदरों प्रीतां लाइयां ने वो नहीं फिर अकदे, वो नहीं थकदे, वो नहीं परवाह करते। इस करके गुरमुख प्यारिओ सतगुरु जी सदा ही हाजर नाजर ने। दुकालंग प्रनासी दयालंग स्वरूपे सदा अंग संग अभंगं बेपूते। भाई धर्म सिंह नाल शहीद सिंघां दी वारता, भाई धर्म सिंह नाल शहीद सिंघां दी वारता। दूसरे दिन जदों सतगुरु जी की सेवा अपने मन तन नाल सतगुरु जी की सेवा करके खुशियां लईयां, फिर दूसरे दिन भाई धर्म सिंह जी गुरु वास्ते भोजन तैयार करवा के अपने डेरे तो पिंड दीने तो बाहर कुछ बिथ ते लाया होया सी, बड़े प्रेम नाल लई आ रहा सी। भाई धर्म सिंह कलगीधर पातशाह गुरु गोबिंद सिंह महाराज जी के वास्ते लंगर लई आ रहा सी। कुछ सिख इस तो अगे लंघ गए। जदों प्रसाद लई आ रहा, कुछ सिंह इस तो अगे लंघ गए। पिछे आ रहे सन। जद भाई धर्म सिंह रस्ते विच कल्ला तुरया आ रहा सी तां उसने अपने कुछ पिछे एक सिख तुरया आउंदिया देखिया। भाई धर्म सिंह उस नाल मिलन वास्ते पिछे परत के देखण लगा। पहला उसनूं सिख दे चिट्टे कपड़े दिसे ते फिर पीले ते फिर नीले बाणे वाला दिखाई दिता। जदों गुरु जी दे वास्ते भाई परम सिंह प्रसादा लैके आ रहा सी, पहला चिट्टे कपड़िया वाला दिखिया, फिर नीले वाला दिखिया, फिर पीले वाला दिखिया दिखाई दिता। उपरंत लाल रंग दे चोले वाला ते कदी छोटा ते कदी बड़ा हो जाता सी। भाई धर्म सिंह उसनों इस तरह सिन सिन विच ही कुछ ना कुछ हुंदा देख के बड़ा हैरान होया भी चीज़ की आ। कदे कोई रंग बटा जाता, कदे कोई रंग बटा जाता,
है कौन। बड़ा हैरान हो गया, पर अंत नूं ओ सिख ने मनुखा वर्गा ही हो के भाई धर्म सिंह पास आन के वाहिगुरू जी का खालसा वाहिगुरू जी की फतेह बुलाई। फिर ओ शक्तिवान सिख ने धर्म सिंह नूं पुछया, कहंदे खड़ा क्यों है, तुरदा क्यों नहीं, कित्थे जाना है। भाई धर्म सिंह ने उत्तर दिता, मैं गुरु हरगोबिंद वाहिगुरू गुरु गोबिंद सिंह महाराज जी दे पास जा रहा हाँ, मेरे साथी अगे लंघ गए हैं, हुण मैं तुहानू वेख के देख के खड़ा हो गया हाँ। भाई धर्म सिंह ने कहा, मैं तुहानू बड़ा अचरज देखिया है, मैं तुहानू बड़ा अचरज देखिया है, तुसी गुरु जी दे शक्तिवान सिख जापदे हो। इत्थों कहते कित्थों चल के आए हो। भाई परम सिंह नूं पुछ रहा, कहते तुसी कित्थों चल के आए हो ते कित्थे जाना है, सब कुछ दसण दी किरपा करो। जिहड़ी वो शक्ति सी, उस शक्तिवान सिख दा रूप धारण किया जिन्ने, वो सिख बोलिया, हे मेरे चंगे भाई सुनो, ते बाबे साधु ते पिता भाई रूपे ने सतगुरु जी की बहुत सेवा करके प्रसन्नता लई है, इस करके तेनू मैं गुरु जी का सरदावान सिख समझ के दर्शन दिता है। कहते तुसी है कौन, तुसी कौन हो। कहते असी शहीद सिंह सारे देश विच फिरदे रहंदे हां, असी सिंह शहीद सारे देश विच फिरदे रहने हां, गुप्ती रूहां जिन्हों कहंदे ने। असी हज़ारां ही शहीद हाँ, कहंदे असी हज़ारां ही शहीद हाँ, जिन्हां विचों 5000 बारो बारी गुरु जी दे हुक्म विच रहिंदे हां। 5000 शहीद सिंह असी गुरु जी दे हुक्म दे विच बारो बारी रहिंदे हां, अते 25 सिंह रात दिन उन्हां दे पलंग दे चौंके कोल बैठे रहंदे आ। शहीद सिंघां पासों ये गल सुन के भाई मोहकम सिंह दे मन विच संसा पैदा हो गया कि जे गुरु जी एडी वड्डी समर्था वाले हन, जिन्हां दे नाल इन्नियां शक्तियां, इन्ने शहीद सिंह रहिंदे ने, एडी समर्था वाले हन, तां फिर उन्हां ने अपना कुटुंब ते धन धाम सब कुछ क्यों नाश करवा लिया। आनंदपुर साहब सदना पै गया, छोटे साहिबजादे शहीद कराने पै गए, इन्ना कुछ हो गया। फिर अपना कुटुंब ते धन धाम सब कुछ क्यों नाश करवा लिया। दुनिया दे सुख धन पदार्थ हाथी घोड़े महल माड़ियां नौकर चौकर सब कुछ गवा के आप बड़ी मुश्किल नाल बच के इधर जंगलों विच आ बैठे हैं। फिर भाई धर्म सिंह ने कहा, शहीद सिंह जी तुसी इतने शक्तिवान सिंह गुरु जी पास हुंदे होए उन्हां दी जंग विच कोई ना कोई सहायता कर सके, कोई सहायता ना कर सके, इसदा कारण की है, ये संसा निवृत्त करो मेरा। और सिंह शहीद बोले, कहते भाई लगभग जीव गुरु जी सर्वग हन, ये जीव अलपग ते गुरु जी सर्वग दी करनी वाले हन, उन्होंने नहीं पछाण सकते। ये गल है कि तुर्क राज दी जड़ां बहुत फैल चुकियां हन,
ਉਹ ਬੜੇ ਅਪਰਾਧ ਤੋਂ ਜ਼ੋਰ ਜ਼ੁਲਮ ਕਰਦੇ ਉਹਨਾਂ ਦਾ ਤੇਜ ਨਾਸ ਕਰਨ ਵਾਸਤੇ ਗੁਰੂ ਜੀ ਨੇ ਇਹ ਸਾਰਾ ਕੌਤਕ ਰਚਿਆ। ਉਹਨਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆ ਸਭ ਕੁਝ ਕੌਤਕ ਰਚਿਆ। ਗੁਰੂ ਜੀ ਆਗਿਆ ਨਹੀਂ ਦਿੰਦੇ। ਉਹ ਸਿੰਘ ਸ਼ਹੀਦ ਕਹਿਣ ਲੱਗੇ, ਕਹਿੰਦੇ ਗੁਰੂ ਜੀ ਆਗਿਆ ਨਹੀਂ ਦਿੰਦੇ, ਚਾਵਣ ਤਾਂ ਇੱਕ ਖਿਣ ਵਿੱਚ ਇਹਨਾਂ ਦਾ ਨਾਸ਼ ਕਰਕੇ ਇਹਨਾਂ ਦਾ ਨਾਸ਼ ਕਰ ਦਈਏ, ਪਰ ਗੁਰੂ ਜੀ ਆਗਿਆ ਨਹੀਂ ਦਿੰਦੇ। ਇਸੇ ਕਰਕੇ ਸ਼ਕਤੀਆਂ ਦਿਖਾਣਾ ਮਨਾ ਕੀਤੀਆਂ ਹੋਈਆਂ ਨੇ। ਇਸੇ ਕਰਕੇ ਸਾਧੂ ਸੰਤ ਮਹਾਂਪੁਰਖ ਗੁਰਸਿੱਖ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ। ਆਖੋ ਸਤਨਾਮ। ਨਹੀਂ ਸ਼ਕਤੀਆਂ, ਨਹੀਂ ਰਿੱਧੀਆਂ ਸਿੱਧੀਆਂ। ਜੇ ਦਿਖਾਉਣ ਤੇ ਆਈਏ ਦੱਸੋ ਵੀ ਕੀ ਕਰਨਾ, ਕੋਈ ਕੁਝ ਹੋ ਜਾਏਗਾ। ਪਰ ਲੋਕਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਨਾ ਗੁਰੂ ਦੀ ਨਾਰਾਜ਼ਗੀ ਨਹੀਂ ਲੈਂਦੇ ਸਾਧੂ। ਕਈ ਵਾਰ ਕੰਮ ਅੜ ਵੀ ਜਾਂਦਾ, ਫਿਰ ਜਿਵੇਂ ਪਿਓ ਤੇ ਪੁੱਤਰ ਹੁੰਦੇ ਨੇ, ਕਈ ਵਾਰ ਇਹੋ ਜਿਹਾ ਕੰਮ ਅੜ ਜਾਂਦਾ, ਪੁੱਤਰ ਪਿਓ ਦੀ ਆਗਿਆ 'ਚ ਰਹਿੰਦਾ, ਕਈ ਵਾਰ ਇਹੋ ਜਿਹਾ ਕੰਮ ਅੜ ਜਾਂਦਾ, ਫਿਰ ਪਿਓ ਦੀ ਆਗਿਆ ਦੇ ਉੱਪਰ ਚੱਲਣਾ ਪੈ ਜਾਂਦਾ। ਕਈ ਵਾਰ ਜਿੱਥੇ ਬੇਵੱਸ ਹੋ ਜਾਏ, ਮੰਨ ਲਓ ਘਰ ਦੇ ਵਿੱਚ ਰਿਵਾਲਵਰ ਰੱਖਿਆ ਹੋਇਆ, ਰਾਈਫਲ ਰੱਖੀ ਹੋਈ ਹੋਣੀ, ਕਿਸੇ ਨੇ ਕੁਝ ਰੱਖਿਆ ਹੋਣਾ, ਘਰਾਂ ਵਿੱਚ ਪਈਆਂ ਹੁੰਦੀਆਂ ਨੇ। ਉਹ ਕਦੋਂ ਚਲਾਉਂਦੇ ਆ? ਉਹ ਥੋੜ੍ਹਾ ਵੀ ਰੋਜ਼ ਚਲਾਈ ਫਿਰੀ ਜਾਂਦੇ, ਉਹਨੂੰ ਕੱਢੀ ਫਿਰੀ ਜਾਂਦੇ ਆ। ਮੈਨੂੰ ਕਹਿੰਦੇ ਸਿੰਘ ਬਾਬਾ ਜੀ ਤੁਸੀਂ ਉੱਪਰ ਦੀ ਪਾ ਕੇ ਰੱਖਿਆ ਕਰੋ। ਕਹਿੰਦੇ ਤੁਹਾਡੇ ਲਈ 2-3 ਤਾਂ ਪਏ ਨੇ। ਮਾਂ ਵੀ ਆਏ ਨਹੀਂ ਹੁੰਦੇ ਇਹ, ਜਦੋਂ ਕਿਤੇ ਜਾਣਾ ਦੀਵਾਨ ਲਾਉਣ ਵਾਸਤੇ ਮਾੜਾ ਮੋਟਾ ਥੱਲੇ ਦੀ ਕੋਈ ਸੇਫਟੀ ਵਾਸਤੇ ਪਾਈਂਦਾ। ਹੁਣ ਮੈਂ ਸਿੰਘਾਂ ਨੂੰ ਪਵਾ ਕੇ ਲੈ ਜਾਣਾ ਉਹਨਾਂ ਨਾਲ। ਇਹ ਚੀਜ਼ਾਂ ਇਹ ਨਹੀਂ ਹੁੰਦੀਆਂ, ਇਹ ਤਾਂ ਉਦੋਂ ਕੱਢੀਆਂ ਜਾਂਦੀਆਂ ਨੇ ਜਦੋਂ ਪਾਣੀ ਸਿਰ ਤੋਂ ਉੱਪਰ ਦੀ ਟੱਪ ਜਾਂਦਾ। ਆਖੋ ਸਤਨਾਮ। ਵੀ ਇਹ ਹੋ ਗਿਆ ਵੀ ਬਸ ਹੁਣ ਇਹਦੇ ਉੱਪਰ ਕੁਛ ਨਹੀਂ ਹੈ, ਦੱਬ ਦੋ ਫਿਰ ਘੋੜਾ। ਇਹ ਲਾਸਟ ਮੰਜ਼ਲਾਂ ਹੁੰਦੀਆਂ ਨੇ ਵੀ ਇਦੋਂ ਬਸ ਹੁਣ ਬੰਦਾ ਗਿਆ ਤੇ ਹੁਣ ਮਰ ਗਿਆ, ਹੁਣ ਕੀ ਕਰਨਾ? ਫਿਰ ਉੱਥੇ ਹੁੰਦੀਆਂ ਨੇ ਚੀਜ਼ਾਂ। ਇਹ ਸ਼ਕਤੀਆਂ ਨੇ ਜਿਹੜੀਆਂ ਇਹ ਇਸੇ ਤਰ੍ਹਾਂ ਹੀ ਹੁੰਦੀਆਂ ਨੇ। ਨਹੀਂ ਇਹਨਾਂ ਨੇ ਸਤਿਗੁਰੂ ਜੀ ਨੇ ਮਨਾ ਕੀਤਾ ਹੁੰਦਾ, ਦਿਖਾਈਆਂ ਨਹੀਂ ਜਾਂਦੀਆਂ। ਆਪਣੇ ਆਪ ਵਰਤ ਜਾਣੋ ਵੱਖਰੀ ਗੱਲ ਆ। ਹੁਣ ਮੰਨ ਲਓ ਜੇ ਹੱਥ 'ਚ ਫੜਿਆ ਰਵਾਲਾ ਆਪਣੇ ਆਪ ਹੀ ਚੱਲ ਜੇ, ਉਹ 'ਚ ਕੀ ਕਸੂਰ ਆ? ਉਹ ਤਾਂ ਕੋਈ ਕਸੂਰ ਨਹੀਂ ਵੀ ਆਪਣੇ ਆਪ ਹੀ ਚੱਲ ਗਏ, ਦੱਬਿਆ ਗਿਆ ਘੋੜਾ। ਇਹ ਸ਼ਕਤੀਆਂ ਕਈ ਵਾਰ ਆਪਣੇ ਆਪ ਕੰਮ ਕਰ ਜਾਂਦੀਆਂ ਨੇ, ਵਰਤ ਜਾਂਦੀਆਂ ਨੇ। ਗੁਰੂ ਦੀ ਆਗਿਆ ਹੋ ਜਾਂਦੀ ਹੈ ਨਾ, ਆਪਣੇ ਆਪੇ ਵਰਤ ਜਾਂਦੀਆਂ ਨੇ। ਗੁਰੂ ਜੀ ਵਰਤਾ ਦਿੰਦੇ ਨੇ। ਭਾਈ ਧਰਮ ਸਿੰਘ ਨੇ ਫਿਰ ਸ਼ਹੀਦ ਸਿੰਘ ਨੂੰ ਪੁੱਛਿਆ ਕਿ ਤੁਹਾਡੇ ਸਰੀਰ ਦੇ ਕਈ ਵੱਡੇ ਛੋਟੇ ਸਰੂਪ ਦੇਖੇ ਆ। ਜਦੋਂ ਤੁਸੀਂ ਮੇਰੇ ਪਿੱਛੇ ਆ ਰਹੇ ਸੀ, ਕਹਿੰਦੇ ਕਦੇ ਤੁਸੀਂ ਛੋਟੇ ਜਿਹੇ ਬਣ ਜਾਂਦੇ ਸੀ, ਕਦੇ ਵੱਡੇ ਬਣ ਜਾਂਦੇ ਸੀ, ਕਦੇ ਨੀਲੇ ਵਸਤਰ, ਕਦੇ ਪੀਲੇ ਵਸਤਰ। ਇਹਦਾ ਕੀ ਕਾਰਨ ਹੈ? ਸ਼ਹੀਦ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਜਿਵੇਂ ਚਾਹੀਏ ਆਪਣੇ ਆਪ ਨੂੰ ਬਣਾ ਲੈਂਦੇ ਹਾਂ। ਸਤਿਗੁਰੂ ਜੀ ਦੀ ਬਖਸ਼ੀ ਸ਼ਕਤੀ ਆ। ਇਹ ਸਾਰੀਆਂ ਸ਼ਕਤੀਆਂ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਜੋ ਚਾਹੀਏ ਅਸੀਂ ਉਹ ਕਰ ਸਕਦੇ ਹਾਂ। ਕੋਈ ਵੀ ਰੂਪ ਧਾਰ ਸਕਦੇ ਆ, ਕਿਸੇ ਵੀ ਰੂਪ ਦੇ ਵਿੱਚ ਆ ਸਕਦੇ ਆ। ਪਤਾ ਕੋਈ ਨਹੀਂ ਹੈ। ਤਾਂ ਗੁਰਮੁਖ ਪਿਆਰਿਓ, ਉਹ ਸਭ ਕੁਝ ਉਹਨਾਂ ਨੇ ਦੱਸਿਆ। ਕਹਿੰਦੇ ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਸ਼ਕਤੀ ਹੈ। ਇਹ ਬੋਲਦੇ ਹੋਏ ਸ਼ਹੀਦ ਸਿੰਘ ਨੇ ਆਪਣਾ ਸਰੀਰ ਇਤਨਾ ਵਧਾ ਲਿਆ ਕਿ ਕਈ ਕੋਹਾਂ ਵਿੱਚ ਹੋ ਗਿਆ। ਦੋਵੇਂ ਬਾਹਾਂ ਬੜੀਆਂ ਦੂਰ ਦੂਰ ਤੱਕ ਲੰਮੀਆਂ ਹੋ ਗਈਆਂ ਅਤੇ ਸਿਰ ਆਕਾਸ਼ ਨਾਲ ਲੱਗਿਆ ਹੋਇਆ ਦਿਸਣ ਲੱਗ ਪਿਆ। ਧਰਮ ਸਿੰਘ ਇਹ ਭਿਆਨਕ ਰੂਪ ਦੇਖ ਕੇ ਮਨ ਵਿੱਚ ਡਰ ਗਿਆ। ਡਰ ਕੇ ਹੱਥ ਜੋੜ ਕੇ ਆਖਣ ਲੱਗਾ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਮੈਨੂੰ ਹਰ ਪ੍ਰਕਾਰ
नीचा करवा दिता, मेरी तसल्ली करवा दी। उपरंत शहीद सिंह अलोप हो गया ते धर्म सिंह प्रसाद लैके गुरु जी के पास पहुँच गया। इस प्रकार सतगुरु जी का आउना सुन के बहुत सिख संगत आप जी के दर्शन करने वास्ते आईयां और नेता प्रति भेटा लैके हाजिर होंदियां नहीं। पहला संगत चौधरी समीर नूं आण के मिलदी अते बेनती करदी कि सानू गुरु जी के दर्शन करवाओ। तद चौधरी समीर गुरु जी के दर्शन करवाउंदा। सो आओ बाकी विचारा करांगे कल नूं गुरबाणी पढ़दे सुनदे कोलों। एक नहीं निक्का ही प्रकार दियां गलतियां भुल्लां चुक्का हो जांदियां ने। समीर उत्ते प्रसन्नता ते बख्शिश गुरु जी ने खुश होके किड्डियां किड्डियां बख्शिशां कीतियां समीर दे उत्ते। ते इतिहास करियो सरवण कल नूं भी किवें किवें बख्शिशां कीतियां, की बख्शिश कीता ते की होया अगे। एक करियो इतिहास कल नूं सरवण। आओ गुरबाणी पढ़दे सुनदे कोलों एक नहीं नेका ही प्रकार दी गलतियां भुल्लां चुक्का हो जांदियां ने। संगतां सतगुरु जी बख्शन हार हन। अगों वास्ते सिर ते मेरा पर हत्थ रख के शुद्ध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। आओ अज उन्हां घरां दे दर्शन जरूर करन जावांगे जिन्हां दी हजे तक माया नहीं पहुंची। अज लास्ट गेड़ा होवेगा, उस तो बाद गेड़ा नहीं लावांगे। उस तो बाद तो फिर जिन्हां दी माया रह जूगी वो आपे दुगनी लैके आउणगे। आखो सतनाम। साधु बोले सहज सुभाए, साधका बोलिया बिरथा ना जाए। आओ ये तीसरा गेड़ा अज लगना। बहुते घर नहीं हैं, थोड़े ही ने। तकरीबन सारे नगर की माया गुरु घर दे विच पहुँच गई आ। उन्हां दा धन्नवाद करदे आ। जिहड़े बेचारे अजे सलाह जी करदे भी 500 का नोट जा देख के फिर रख लाते हैं, मोह जा करी जाते हैं माया का। तो उन्हां दे दर्शन अज जरूर करने वास्ते भाई जावांगे। लास्ट गेड़ा होवेगा, फतेह का गेड़ा होवेगा, उस तो बाद नहीं गेड़ा लाते। आओ आपो अपनी जिन्हां दी माया रहिंदी आ वो कढ के रखियो ते गुरु दी खुशियां प्राप्त करियो। सतगुरु महाराज के चरणों के नाल जुड़ करके समय और सवासां नूं सफले बनाने का यतन करियो। लोक सुखीए परलोक सहेले, नानक हर प्रभ आपे मिले। सतगुरु महाराज जी कृपा करन, चढ़दी कला विच रखण, दिन दुगणियां राज चौगणियां तरक्कियां बख्श करन। लोक सुखीए परलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात दो दाई दाया, खेलै सगल जगत, चंगियाइयां बुराइयां, बाचै धर्म हदूर, करमी आपो अपने, के नेड़े के दूर, जिनी नाम ते आया, गए मसकत काल, नानक ते मुखी उजले, केती छुट्टी नाल, जिनी नाम ते आया, गए मसकत काल, नानक ते मुखे उजले, केती छुट्टी नाल।
जिनी नाम ते आया। गए मसक्कत काल, नानक ते मुखे उजले। केती छुट्टी नाल। वाहिगुरू जी का खालसा, वाहिगुरू जी की फतेह।